मैं तो दोस्तों ਨੂੰ ਆਹੀ ਕਹਾਂਗਾ ਕਿ ਬਹੁਤ ਸਾਰੇ ਸਾਡੇ ਦੋਸਤ ਤੁਰ ਪੈਂਦੇ ਨੇ ਜੀ ਘਰ ਵੇਚਿਆ ਜੀ ਉਹ ਚੀਜ਼ ਵੇਚੀ ਮੈਂ ਬਾਹਰ ਚੱਲਾਂ ਉਹ 'ਚ ਬੜੇ ਹੀ ਥੋੜੇ ਪੈਸੇ ਨਾਲ ਅਗਰ ਆਪਣੀ ਛੱਤ 'ਤੇ ਉਹ ਕੰਮ ਕਰਨ ਤਾਂ ਉਸ ਤੋਂ ਕਿਤੇ ਬਹੁਤੇ ਪੈਸੇ ਕਮਾ ਲਓ। ਵਾਹ ਜੀ ਵਾਹ। ਮੈਂ ਪਿਛਲੇ ਮਹੀਨੇ ਦੀ ਮੇਰੀ ਸਿਰਫ ਨਾ ਜੀ ਮੈਂ ਥੋੜੇ ਜਿਹੇ ਬੱਚੇ ਰੱਖੇ ਸੀ ਉਹਦੇ ਤੁਸੀਂ ਪਹਿਲੇ ਦੇਖੇ ਨੇ ਆਪਣੇ ਗਾਂ ਫਰਦਰ ਨਵੇਂ ਪੇਅਰ ਬਣਾਉਣ ਵਾਸਤੇ ਤੇ ਉਹਦੀ ਟੋਟਲ ਫੋਟੋ ਮੇਰੇ ਖਿਆਲ ਮੈਂ 2 ਲੱਖ ਦੀ ਵੇਚੀ ਹੈ। ਵਾਹ ਜੀ ਵਾਹ। ਔਰ ਸਿਰਫ ਆਂਡਾ ਹੀ ਵੇਚੋ ਨਾ ਇੰਨੀ ਕੁ ਮੁਰਗੀ ਦਾ ਤੇ ਸ਼ਾਮ ਨੂੰ 3-4 ਹਜ਼ਾਰ ਦਾ ਮਾਮੂਲੀ ਗੱਲ ਉਹ ਵਿਕ ਜਾਂਦਾ ਵਾ ਇਹਦਾ ਖਰਚਾ 500-600 ਰੁਪਇਆ। ਵਾਹ ਜੀ ਵਾਹ। ਤੇ ਕਿੰਨੇ ਬੰਦੇ ਜਾਂ ਦਰਕਾਰ ਹੁੰਦੇ ਨੇ? ਕੋਈ ਬੰਦਾ ਦਰਕਾਰ ਨਹੀਂ ਜੀ ਤੁਸੀਂ ਮੈਂ ਸਵੇਰ ਮੈਂ ਜ਼ਾਤੀ ਤੌਰ ਤੇ ਜਸਟ ਲਾਈਕ ਜਿਸ ਟਾਈਮ ਤੇ ਲੋਕ ਆਉਂਦੇ ਨੇ ਸੈਰ ਕਰਨ ਮੈਂ ਘਰੋਂ ਇੱਥੇ ਆਉਣਾ ਵਾ 1.5 ਘੰਟਾ ਮੈਨੂੰ ਲੱਗਦਾ 1.5 ਘੰਟੇ 'ਚ ਮੈਂ ਆਪਣੀ ਐਕਸਰਸਾਈਜ਼ ਕਰਦਾ ਮੈਂ ਸਮਝਦਾ ਮੈਂ ਐਕਸਰਸਾਈਜ਼ ਕੀਤੀ ਉਹਨੀ ਦੇ 'ਚ ਉਹਨਾਂ ਨੂੰ ਮੈਂ ਦਾਣਾ ਪਾਣੀ ਪਾਉਣਾ ਪਸੀਨਾ ਸੁਕਾਉਣਾ ਨਹਾਉਣਾ ਤੇ ਮੈਂ ਆਪਣੇ घर चले। अस्सलामुअलैकुम फ्रेंड, दिस इज़ मी फैसल सलीम। आप देख रहे हैं फैसल सलीम व्लॉग्स। अपने चैनल में खुशामदीद कहते हैं। एक नए व्लॉग के साथ हाजिर खिदमत है। मोहम्मद आरफिन साहब के साथ मौजूद हैं। माशाल्लाह बड़ा अच्छा इनके पास सेटअप है और कमाल की बात यह है कि इनके पास एक्सपीरियंस बहुत ज़्यादा, जवानी से ये काम शुरू किया है इन्होंने। तो इनकी तरफ चलते हुए इनसे इन्फॉर्मेशन लेते हैं और साथ साथ इनकी ब्रीड भी आपको दिखाएंगे कौन कौन सी ब्रीड इनके पास मौजूद है। अस्सलाम वालेकुम। अस्सलाम वालेकुम जी। मैं आरफिन जी बेसिकली मैं सिविल इंजीनियर हाँ। सन 80 में सिविल इंजीनियरिंग की थी। उस तो बाद मैं 1-2 दफ़ा सर्विस की थी। फिर सर्विस छोड़ के अपनी छोड़ के कंपनी बना ली। तो शुरू से मैं बचपन से परिंदे का शौक है तो परिंदे असी रखे है जी। पहले शौकिया रखे सी हूँ कुछ अरसे तो उन्होंने कमर्शियल कर लिया तो अलहमदुलिल्लाह बहुत अच्छा रिजल्ट है। और मैं तुम दिखाना जी ए साढ़े है ने जी बफ हैवी कुचीन के पट्ठियाँ पट्ठे नीयर बोर्ड को 4-4.5 महीने के 2 महीने तक आंडे देने लग जाएंगे। अच्छा इन्हों का रिजल्ट है, अच्छी सेल है और लोग पसंद करते हैं इन्हों की इन्हों दी प्राइस की है? ਇਹਦੀ ਪ੍ਰਾਈਸ ਜੀ 2500 ਤੋਂ 3000 ਤੱਕ पेयर एक पीस दी जी। बच्चे ਦਾ ਆਂਡਾ 150 ਤੋਂ 200 ਰੁਪਏ ਦਾ ਸੇਲ ਹੁੰਦਾ ਬੱਚਾ ਦਾ 300 ਤੋਂ 350 ਦਾ ਸੇਲ ਹੁੰਦਾ। ਇਹ ਫੁੱਲ ਸਾਈਜ਼ ਹੈ ਕਿ ਸਾਈਜ਼ ਕਰਨਾ? ਨਹੀਂ ਆਹ ਤਾਂ ਹਲੇ ਬਹੁਤ ਛੋਟੇ ਨੇ ਜੀ 4.5 ਮਹੀਨੇ ਦੇ ਨੇ 7 ਮਹੀਨੇ ਦੇ ਜਦੋਂ ਹੋਣਗੇ ਫਿਰ ਬਰੀਡ ਕਰਨੀ ਸ਼ੁਰੂ ਹੋਣਗੇ ਬਹੁਤ ਵੱਡੇ ਹੋ ਜਾਣਗੇ ਜੀ। ਅੱਛਾ ਸਾਈਜ਼ ਕਾਫੀ ਕਰ ਬਹੁਤ ਵੱਡਾ ਸਾਈਜ਼ 7 ਮਾਹ ਬਾਅਦ ਬਰੀਡ ਕਰਦੇ 7 ਮਾਹ ਬਾਅਦ जी 7 महीने बाद 7 महीने बाद ब्रीड करेंगे जी। ज़बरदस्त। ਇਹ ਬਰਾਦਰ ਬਲੈਕ ਮੋਲਟਨ ਜਾਪਾਨੀ ਹੈ। ਇਹ ਵੀ ਨੀਅਰ ਬੋਰਡ ਕੋ 4-4.5 ਮਹੀਨੇ ਦੇ ਨੇ। ਇਹ ਵੀ 7 ਮਹੀਨੇ ਦੇ ਕਮ ਸੇ ਕਮ ਹੋ ਕੇ ਨਾ ਬਰੀਡ ਕਰਦੇ ਥੋੜੀ ਲੇਟ ਬਰੀਡ ਕਰਨ ਵਾਲੀ ਬੈਂਟਮ ਦੀ ਵੈਰਾਈਟੀ ਚਾਹੁੰਦੇ ਨੇ। ਬਲੈਕ ਮੋਲਟਨ ਜਾਪਾਨੀ ਨੇ। ਇਹਦੀ ਪ੍ਰਾਈਸ ਹੈ 4000 ਤੋਂ 5000 ਇਹਦੀ ਪ੍ਰਾਈਸ ਹੈ ਫੀ ਬਰਡ। ਸਹੀ 400 ਦਾ ਬੱਚਾ ਸੇਲ ਹੁੰਦਾ 200 ਦਾ ਆਂਡਾ ਸੇਲ ਹੁੰਦਾ। ਸਾਈਜ਼ ਫੁੱਲ ਹੈ ਇਹਦਾ? ਸਾਈਜ਼ ਫੁੱਲ ਹੋ ਗਿਆ ਵਾ ਬਸ ਥੋੜੇ ਦਿਨਾਂ ਤੱਕ ਇਨਸ਼ਾਅੱਲਾ ਆਂਡੇ ਦੇਣ ਲੱਗ ਜਾਣਗੇ। ਜ਼ਬਰਦਸਤ। ਕਿੰਨੇ ਮੁਰਗੀਆਂ ਦੇ ਨਾਲ ਇੱਕ ਮੁਰਗਾ ਛੱਡਣਾ ਪੈਂਦਾ? ਅਸੀਂ 4 ਮੁਰਗੀਆਂ ਨਾਲ ਇੱਕ ਮੁਰਗਾ ਛੱਡਦੇ ਆ ਜੀ ਔਰ ਠੀਕ ਰਿਜ਼ਲਟ ਹੈ। ਇਹ ਬਰਾਦਰ ਬਲੈਕ ਟੇਲ ਜਾਪਾਨੀ ਹੈ। ਇਹ ਵੀ ਨੀਅਰ ਬੋਰਡ ਕੁਝ 4.5 ਮਹੀਨੇ ਦੇ ਨੇ ਹੋਰ 10-15 ਦਿਨ ਤੱਕ ਆਂਡੇ ਦੇਣ ਲੱਗ ਜਾਣਾ। ਇਹ 2500 ਤੋਂ 3000 ਦੀ ਪਰ ਬਰਡ ਪ੍ਰਾਈਸ ਹੈ। 150 ਦਾ ਆਂਡਾ ਸੇਲ ਹੁੰਦਾ 250-300 ਦਾ ਬੱਚਾ ਸੇਲ ਹੁੰਦਾ। ਕੇਜ ਦਾ ਸਾਈਜ਼ ਕੀ ਰੱਖਿਆ ਇਹਦਾ? ਸਾਡਾ ਕੇਜ ਦਾ ਸਾਈਜ਼ ਹੈ 4x4 ਜੀ। 4x4 ਇਹ ਹਰ ਬਰੀਡ ਵਾਸਤੇ ਕਿ ਲੱਗਾ ਇਹਦਾ? ਤਕਰੀਬਨ ਅਸੀਂ ਸਾਰੇ ਵਾਸਤੇ 4x4 ਦਾ ਸਾਈਜ਼ ਦਾ ਕੇਜ ਦੇਨੇ ਤੇ ਉਹ ਹਾਈਟ ਵੀ ਉਹਦੀ ਉਨੀ ਹੈ ਜੀ। ਅੱਛਾ ਇਹ ਬਰਾਦਰ ਬਫ ਬੈਂਟਮ ਕੁਚੀਨ ਹੈ। ਨੀਅਰ ਬੋਰਡ ਕੋ 5-4.5 ਮਹੀਨੇ ਦੇ ਨੇ ਇਹਨਾਂ ਨੇ ਆਂਡੇ ਦੇਣੇ ਸ਼ੁਰੂ ਕਰ ਦਿੱਤੇ ਹੋਏ ਨੇ। ਇਹਨਾਂ ਦਾ ਪ੍ਰਾਈਸ ਵੀ ਫੀ ਬਰਡ ਨੀਅਰ ਬੋਰਡ 2500 ਰੁਪਏ ਆਵੇ। ਆਂਡਾ ਸੀ ਇਹਦਾ 100 ਰੁਪਏ ਦਾ ਸੇਲ ਕਰਦੇ ਬੱਚੇ ਦਾ 250 ਰੁਪਏ ਦਾ ਸੇਲ ਕਰਦੇ। ਸਭ ਤੋਂ ਜ਼ਿਆਦਾ ਫੈਂਸੀ ਦੇ ਵਿੱਚ ਕਿਹੜੀ ਮੁਰਗੀ ਆਂਡਾ ਦਿੰਦੀ ਜ਼ਿਆਦਾ? ਫੈਂਸੀ ਦੇ ਵਿੱਚ ਬੈਂਟਮ ਜ਼ਿਆਦਾ ਅੱਛੀ ਜਾਂਦੀ ਆ। ਲੋਕ ਬੈਂਟਮ ਨੂੰ ਪਸੰਦ ਵੀ ਕਰਦੇ ਆ। ਸਸਤੀ ਵੈਰਾਈਟੀ ਆ ਆਂਡੇ ਜ਼ਿਆਦਾ ਦਿੰਦੀ ਆ ਦਾਣਾ ਘੱਟ ਖਾਂਦੀ ਆ। ਅੱਛਾ ਬਫ ਹੈ ਵੀ ਕੁਝ ਦਾਣਾ ਜ਼ਿਆਦਾ ਖਾਂਦੀ ਆ। ਆੜੇ ਨਾ ਛੋਟੇ ਆ ਜੀ ਇੰਗਲਿਸ਼ ਗੇਮ ਜੀ। ਸਹੀ ਇੰਗਲਿਸ਼ ਗੇਮ ਹੈ। ਨੀਅਰ ਬੋਰਡ 2500-3000 ਦੇ ਪੀਸ ਹੈ। ਫੁੱਲ ਜਵਾਨ ਪੇਅਰ ਆ ਆਂਡੇ ਦੇ ਰਿਹਾ ਵੇ। ਇਹਦਾ ਬੱਚਾ ਵੀ ਉਹੀ ਹੈ ਕਿ ਆਂਡਾ 100 ਤੋਂ 150 ਰੁਪਏ ਦਾ ਬੱਚਾ 300 ਰੁਪਏ ਦਾ ਸੇਲ ਹੁੰਦਾ ਛੋਟਾ ਬੱਚਾ। ਜ਼ਬਰਦਸਤ। ਬ੍ਰਦਰ ਵਾਈਟ ਬੈਂਟਮ ਹੈ ਜਵਾਨ ਹੈ। ਨੀਅਰ ਬੋਰਡ 5 ਮਹੀਨੇ ਦਾ ਆਂਡਾ ਦੇਣਾ ਨੇ ਸ਼ੁਰੂ ਕਰ ਦਿੱਤਾ ਹੈ। ਇਹਦਾ ਵੀ ਅਸੀਂ ਆਂਡਾ ਸੇਲ ਕਰਦੇ 100 ਰੁਪਏ ਦਾ ਬੱਚਾ ਸੀ ਇਹਦਾ ਸੇਲ ਕਰਦੇ 200 ਰੁਪਏ ਦਾ। ਘੱਟ ਦਾਣਾ ਤੇ ਜ਼ਿਆਦਾ ਆਂਡੇ ਦੇਣ ਵਾਲੀਆਂ ਵੈਰਾਈਟੀਆਂ 'ਚ ਬੈਂਟਮ ਆਉਂਦੀ ਹੈ ਕਿ ਆਂਡਿਆਂ ਜ਼ਿਆਦਾ ਦਿੰਦੀ ਹੈ ਤੇ ਦਾਣੇ ਦਾ ਖਰਚਾ ਦਾ ਕਾਫੀ ਹੱਦ ਤੱਕ ਘੱਟ ਹੈ। ਇਹ ਬ੍ਰਦਰ ਬਲੈਕ
जापानी है जी। ਇਹਦੀ ਪ੍ਰਾਈਸ ਨੀਅਰ ਅਬਾਊਟ 3000 ਤੋਂ 3500 ਤੋਂ 4000 ਤੱਕ ਚਲੇ ਜਾਂਦਾ ਹੈ। ਇਹਦਾ ਆਂਡਾ 200 ਰੁਪਏ ਦਾ, ਬੱਚਾ ਦਾ 400 ਰੁਪਏ ਦਾ। ਬਲੈਕ ਸਿਲਕੀ ਦਾ ਸੈਟ ਹੈ ਜੀ, ਇਸ ਵਕਤ ਕਰੀਜ਼ ਵਿੱਚ ਹੈ। ਇਹਦੀ ਪ੍ਰਾਈਸ ਪਰ ਬਰਡ ਤਕਰੀਬਨ 6 ਤੋਂ 7000 ਰੁਪਏ ਹੈ। ਆਂਡੇ ਦਾ ਰੇਟ 300 ਰੁਪਏ ਹੈ। ਚਿੱਕ ਦਾ 700 ਰੁਪਏ ਦਾ ਵਿਕਦਾ ਹੈ ਇੱਕ ਦਿਨ ਦਾ ਜੀ। ਨੀਅਰ ਅਬਾਊਟ 7 ਮਹੀਨੇ ਤੋਂ ਬਰੀਡ ਕਰਨੀ ਸ਼ੁਰੂ ਕਰ ਦਿੰਦੇ, ਬਰੀਡ ਕਰ ਰਿਹਾ ਬਸ ਸੈਟ ਮਗਰ ਥੋੜਾ ਜਿਹਾ ਇਸ ਵਕਤ ਨਾ ਪੁਰਾਣੇ ਪਰਾਂ 'ਚ। ਬਿਲੂ ਬੈਂਡਮ ਦਾ ਸੈਟ ਹੈ ਜੀ। ਨੀਅਰ ਅਬਾਊਟ 4.5 ਮਹੀਨੇ ਦਾ ਵਾ, ਆਂਡੇ ਦੇਣ ਲੱਗ ਗਿਆ। ਆਂਡਾ 100 ਰੁਪਏ ਦਾ, ਬੱਚਾ 200 ਤੋਂ 250 ਰੁਪਏ ਦਾ। ਆ ਕਲਰ ਬਿਲੂ ਹੈ ਜੀ ਇਹਦੇ ਬੈਂਟਮ 'ਚ। ਬੈਂਟਮ ਦੇ ਵਿੱਚ ਕਿਹੜੀ ਵੈਰਾਈਟੀ ਜ਼ਿਆਦਾ ਚੱਲਦੀ? ਬੈਂਟਮ ਦੇ ਸਾਰੇ ਕਲਰ ਚੱਲਦੇ, ਸਾਰੇ ਚੱਲਦੇ। ਸਾਰੇ ਕਲਰ ਚੱਲਦੇ, ਇਹਦਾ ਕੋਈ ਕਲਰ ਵੀ ਐਸਾ ਨਹੀਂ ਜਿਹੜਾ ਨਹੀਂ ਚੱਲਦਾ, ਸਾਰੇ ਇਹਦੇ ਕਲਰ ਚੱਲਦੇ। ਸਹੀ। अब वाइट जापानी है जी, वाइट जापानी है। हाल पट्ठियाँ पट्ठे ने नीयर बोर्ड को 4 साढ़े 4 महीने के और कुछ दिनों तक फुल जवान हो जाएंगे, फिर दोम का साइज भी पूरा हो जाएगा। फिलहाल अब पट्ठियाँ पट्ठे ने ਇਹਦੀ ਪ੍ਰਾइस यदि प्राइस नीयर बोर्ड 2500 से 3000 जी पर बर्ड। अंडा अंडा 200 रुपये का जी, बच्चा बच्चा 300 350 का। अच्छा। ये ब्लैक बैंडम है जी, आने वास्ते बिल्कुल तैयार है। वेट आके लेगा 1500 तो 2000 की प्राइस है पर बर्ड। आंडा 100 रुपये का, बच्चा 200 तो 250 रुपये का। अब वाइट हैवी कुचीन जी, पर बर्ड नियर बोर्ड कम से कम 6000 रुपया, आंडा 250 रुपये का, बच्चा 400 रुपये का। वाइट हैवी कुचीन फुल साइज फुल साइज। बिल्लू हैवी कुचीन है जी, फुल साइज में आंडे दे रहे हैं। 6 तो 8000 का पीस है। आंडा का 300 रुपये का, बच्चे का 500 रुपये का। बिल्लू हैवी कुचीन जबरदस्त। अब ब्लैक हैवी कुचीन के नीयर बोर्ड को 5 महीने के बच्चे ने, 7 महीने के होकर आंडे देंगे, फिर इनका साइज होर वड्डा हो जाएगा। 8000 रुपये का पीस है जी एक। आंडा का 300 रुपये का, बच्चे का 500 रुपये का। मिली फ्लावर है जी, ਇਹਦਾ रेट है इस वक्त 4000 रुपये पर बर्ड है। आंडा 200 रुपये का, बच्चा 400 रुपये का जी। आ ईजिली मनूस होने वाला जानवर है, इंसानों ने बड़ा तेज मनूस हो। सही। ब्रदर प्लेमोथ हेरिटेज रॉक का सैट है, इस वक्त जरा मोल्डिंग च है, वरना तो उन्होंने साइज होर बड़ा नज़र आता तो परा शरां की खूबसूरती भी तुहानूं ज़्यादा महसूस होंगी। यह भी 8000 का पीस है जी। 400 का आंडा सेल होंदा वा ते 1200 का बच्चा सेल होंदा जी। जबरदस्त। इस तरह रहेगा जी उत्थे ओहदा बैंटम का। ਇਹ ਸਿਲਵਰ ਬੈਂਟਮ ਜਾਂ ਇਹਨੂੰ ਤੁਸੀਂ ਨਾ ਸਪਲੈਸ਼ ਵਿੱਚ ਆ ਜਾਂਦਾ, ਸਿਲਵਰ ਜਾਂ ਸਪਲੈਸ਼ ਆਏਗਾ, ਜਰਾ ਘਾਟਾ ਰੰਗ ਦੱਸਿਆ ਵਾ ਮਾਰਕੀਟ 'ਚ। ਇਹ ਵੀ 2500 ਦਾ ਪੀਸ ਹੈ ਜੀ। ਆਂਡਾ ਤੇ ਦਾ 100 ਰੁਪਏ ਦੇ ਦੇਣੇ ਆ, ਬੱਚਿਆਂ ਦਾ 250-300 ਦੇ ਦੇਣੇ। ਇਹ ਸੈੱਟ ਕਿੰਨੇ ਦਾ ਮਿਲ ਜਾਏਗਾ? ਸੈੱਟ ਸਰ ਪੂਰਾ ਨੀਅਰ ਬੋਰਡ ਹੋ ਗਿਆ ਜੀ 10000 ਦਾ। ਅਗਰ 2500 ਦਾ ਇੱਕ ਪੀਸ ਲਾਇਆ ਜਾਵੇ, 4 ਪੀਸ ਨੇ ਅੱਛਾ, ਤੇ 10000 ਦਾ ਹੋ ਗਿਆ ਜੀ। ਸਹੀ। ਤੇ ਇਹ ਵਾਲਾ अब ब्लैक पॉलिश है जी, एक 6000 का बर्ड है जी। ब्लैक पॉलिश थोड़ी जी वो मादी की ट्रिमिंग की हुई सी सिर तो, हूँ बिल्कुल ही नज़र नहीं सी आता, बहुत बड़ा वो सिर तो हेड सीगा।
ਇਹਨਾਂ ਨੇ ਆਂਡੇ ਵਾਲੇ ਦੇਣੇ ਸ਼ੁਰੂ ਨਹੀਂ ਕੀਤੇ, ਕੁਝ ਦਿਨਾਂ ਤੱਕ ਸ਼ੁਰੂ ਕਰ ਦੇਣਗੇ। 6000 ਦਾ ਬਰਡ ਹੈ, 300 ਦਾ ਇਹਦਾ ਆਂਡਾ ਹੈ, 500-600 ਰੁਪਏ ਦਾ ਬੱਚਾ ਸੇਲ ਹੁੰਦਾ ਜੀ। ਜ਼ਬਰਦਸਤ। ਮੀਆਂ ਸਾਹਿਬ ਖੁਰਾਕ ਕਿਹੜੀ ਇਸਤੇਮਾਲ ਕਰ ਰਹੇ ਹੋ? ਖੁਰਾਕ ਅਸੀਂ ਬਚਪਨ ਵਿੱਚ ਤੇ ਇਹਨਾਂ ਨੂੰ ਪਾਉਂਦੇ ਜੀ 14 ਨੰਬਰ ਬਰਾਬਰ। ਅੱਛਾ। ਫਿਰ ਜਦੋਂ ਵੱਡੇ ਹੋਣਗੇ ਫਿਰ 13 ਤੇ 14 ਮਿਕਸ ਕਰਕੇ ਪਾਉਂਦੇ। ਉਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਸ਼ਾਮ ਨੂੰ ਥੋੜਾ ਜਿਹਾ ਮਿਕਸ ਦਾਣਾ ਵੀ ਪਾਉਂਦੇ, ਜਿਸ ਕਣਕ ਬਾਜਰਾ ਵੀ ਹੋਵੇ, ਕਿਉਂਕਿ ਕਣਕ 'ਚ ਵਿਟਾਮਿਨ ਈ ਹੁੰਦੀ ਹੈ ਤੇ ਬਾਜ਼ਾਰ ਵਾਲੀ ਜਿਹੜੀ ਫੀਡ ਮਿਲਦੀ ਹੈ ਉਹ 'ਚ ਵਿਟਾਮਿਨ ਈ ਕੋਈ ਨਹੀਂ ਹੁੰਦੀ, ਉਹਨਾਂ ਨੇ ਪ੍ਰੋਟੀਨ ਪੂਰੀ ਕਰਤੀ ਹੁੰਦੀ ਹੈ, ਵਿਟਾਮਿਨ ਈ ਨਹੀਂ ਹੁੰਦੀ, ਉਹਦੇ ਕਰਕੇ ਨਾ ਬਰੀਡ ਘੱਟ ਆਉਂਦੀ ਹੈ। ਇਸ ਵਾਸਤੇ ਅਸੀਂ ਥੋੜਾ ਜਿਹਾ ਕਣਕ ਦਾ ਦਲੀਆ ਤੇ ਬਾਜਰਾ ਵੀ ਪਾਉਂਦੇ। ਸਹੀ। ਆਪਣੀ ਹੈਚਰੀਆਂ ਕਿਵੇਂ ਸਭ ਅੰਡਾ ਸੇਲ ਕਰਦੇ? ਅਸੀਂ ਆਪਣੀ ਹੈਚਰੀ ਵੀ ਲਾਈ ਆ, ਆਂਡਾ ਵੀ ਸੇਲ ਕਰਦੇ ਹਾਂ। ਅੱਛਾ। ਆਂਡਾ ਵੀ ਸੇਲ ਕਰ ਦਿੰਦੇ ਹਾਂ, ਚਿੱਕ ਵੀ ਸੇਲ ਕਰਦੇ ਹਾਂ ਤੇ ਆਪਣੀ ਹੈਚਰੀ ਵੀ ਜ਼ਿਆਦਾ ਕੁਛ ਅਸੀਂ ਆਹ ਹੀ ਵੈਸੇ ਕਰੀਦੀ ਹੈ ਕਿ ਜੋ ਸੀਜ਼ਨ ਹੋਵੇ ਅਸੀਂ ਆਪਣਾ ਬੱਚਾ ਹੀ ਕਢਵਾ ਕੇ ਸੇਲ ਕਰੀਏ ਤੇ ਉਹ ਨਹੀਂ, ਮਗਰ ਦੋਸਤ ਆ ਜਾਂਦੇ ਆਂਡਾ ਅਸੀਂ ਸੇਲ ਕਰਦੇ। ਕਿੰਨਾ ਅਰਸਾ ਹੋ ਗਿਆ? ਮੈਨੂੰ ਤਾਂ ਬਹੁਤ ਅਰਸਾ ਹੋ ਗਿਆ, ਮੈਂ ਛੋਟਾ ਬੱਚਾ ਸੀ ਜਦੋਂ ਰੱਖਿਆ ਸੀਗਾ। ਮੇਰੇ ਡੈਡ ਜਿਹੜੇ ਸੀ ਉਹ ਵੈਟਰਨਰੀ ਡਾਕਟਰ ਸਨ ਜੀ। ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਜ਼ਰੀ ਯੂਨੀਵਰਸਿਟੀ ਲਿਆ ਕੇ ਮੁਖਤਲਿਫ ਬਰੀਡਾਂ ਘਰ ਰੱਖਦੇ ਹੁੰਦੇ ਸੀ, ਉਹਨਾਂ ਨੂੰ ਦੇਖ ਕੇ ਸ਼ੌਕ ਪੈਦਾ ਹੋਇਆ, ਬੜੀ ਦੇਰ ਦੇ ਰੱਖੇ ਨੇ। ਕਮਰਸ਼ੀਅਲ ਦੁਨੀਆ 'ਚ ਆਇਆ ਕੋਈ 15-20 ਸਾਲ ਹੋ ਗਏ। ਅੱਛਾ। ਕਿਹੜਾ ਨੁਕਸਾਨ ਨਵੇਂ ਬੰਦੇ ਨੂੰ ਹੁੰਦਾ ਸ਼ੁਰੂ ਤੇ ਕਿੱਦਾਂ ਕੰਮ ਸ਼ੁਰੂ ਕਰਨਾ ਚਾਹੀਦਾ? ਇੱਕ ਹੀ ਨੁਕਸਾਨ ਹੈ ਕਿ ਇਹਦਾ ਤੁਹਾਡੇ ਕੋਲ ਡਾਕਟਰ ਦਸਤਿਆਬ ਨਹੀਂ, ਕੋਈ ਐਸਾ ਬੰਦਾ ਨਹੀਂ ਜਿਹੜਾ ਛੋਟੇ ਪੈਮਾਨੇ ਦੇ ਜਦੋਂ ਅਸੀਂ ਜਾਈਏ ਉਹਨਾਂ ਅਸੀਂ ਮਸ਼ਵਰਾ ਕਰੀਏ, ਡਾਕਟਰ ਬੈਠੇ ਨੇ, ਅਗਰ ਉਹ ਕੋਈ ਦਵਾਈ ਵੀ ਲਿਖ ਕੇ ਦਿੰਦੇ ਤਾਂ ਜਦੋਂ ਬਾਜ਼ਾਰ ਜਾਓ ਉਹ ਕੋਈ ਪਤਾ ਲੱਗਦਾ ਜੀ ਇਹ 10,000 ਬਰਡ ਦੀ ਪੈਕਿੰਗ 'ਚ ਉਹ ਛੋਟਾ ਫਾਰਮਰ ਖਰੀਦ ਨਹੀਂ ਸਕਦਾ। ਇਹਦਾ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਅਸੀਂ ਕੋਈ ਛੋਟੀ ਪੈਕਿੰਗ 'ਚ ਮੈਡੀਸਨ ਹੋਵੇ ਜਿਹੜੀ ਅਸੀਂ ਲੋਕ ਲਿਆ ਕੇ ਦੇ ਲਈਏ, ਉਹ ਵੱਡੀ ਮੈਡੀਸਨ ਜਿਹੜੀ ਅਸੀਂ ਖਰੀਦ ਨਹੀਂ ਸਕਦੇ, ਉੱਥੋਂ ਆ ਕੇ ਗੱਲ ਹੈ। ਵੈਕਸੀਨ ਦਾ ਇਸ਼ੂ ਬਣਦਾ, ਵੈਕਸੀਨ ਦਾ ਇਸ਼ੂ ਬੜਾ ਮਨ, ਕੋਈ ਵੀ ਦਵਾਈ ਜਿਹੜੀ ਬਾਜ਼ਾਰ ਹੈ ਨਾ ਉਹ ਪੋਲਟਰੀ ਵਾਸਤੇ ਹੈ ਤੇ ਉਹਦੀ ਪੈਕਿੰਗ ਬਹੁਤ ਵੱਡੀ ਹੈ, ਛੋਟੀ ਪੈਕਿੰਗ 'ਚ ਨਹੀਂ ਹੈ। ਨਵਾਂ ਬੰਦਾ ਕਿੱਥੋਂ ਕੰਮ ਸ਼ੁਰੂ ਕਰੇ? ਨਵਾਂ ਬੰਦਾ ਮੇਰਾ ਤਾਂ ਖਿਆਲ ਹੈ ਜੀ ਬੈਂਟਮ ਤੋਂ ਕੰਮ ਸ਼ੁਰੂ ਕਰੇ, ਕਿਉਂਕਿ ਬੈਂਟਮ ਇੱਕ ਸਸਤੀ ਵੈਰਾਈਟੀ, ਉਹਦਾ ਗਾਹਕ ਜ਼ਿਆਦਾ ਵਾ। ਅੱਛਾ। ਅਗਰ ਮਰ ਵੀ ਜਾਵੇ ਤਾਂ ਬਰਦਾਸ਼ਤ ਕਰ ਲੇਗਾ। ਕਿੱਥੋਂ ਸ਼ੁਰੂ ਕਰੇ? ਅੰਡੇ ਤੋਂ, ਬੱਚੇ ਤੋਂ, ਕੋਈ ਬਰੀਡਰ ਤੋਂ? ਬੱਚੇ ਲੈ ਕੇ ਕਰ ਲੈ, ਆਂਡਾ ਨਾ ਲੈ। ਆਂਡੇ ਦੇ ਵਿੱਚ ਉਹਦੇ ਬਹੁਤ ਸਾਰੇ ਮਸਲੇ ਪੈਦਾ ਹੋਣਗੇ। ਛੋਟੇ ਸਾਈਜ਼ ਦਾ ਬੱਚਾ ਕੋਈ ਮਹੀਨੇ 20 ਦਿਨ ਦਾ ਮਿਲੇ ਨਾ, ਨਵੇਂ ਬੰਦੇ ਤੋਂ ਮਹੀਨੇ ਦਾ ਬੱਚਾ ਲੈ ਕੇ ਪਾਲ ਲੈ। ਅੱਛਾ। ਬੈਂਟਮ ਦਾ ਮਹੀਨੇ ਦਾ ਬੱਚਾ ਸ਼ੋ ਵੀ ਹੋ ਜਾਂਦਾ ਹੈ ਕਿ ਨਾਰਾ ਜਾਂ ਮਾਦੀ, ਉਹ ਵੀ ਉਹਨੂੰ ਕਲੀਅਰ ਹੋ ਜਾਏਗਾ, ਉਹ ਵੀ ਨੁਕਸਾਨ ਨਹੀਂ ਹੋਏਗਾ। ਦੂਸਰੀਆਂ ਵੈਰਾਈਟੀਆਂ ਦਾ ਪਤਾ ਨਹੀਂ ਲੱਗਦਾ। ਬਿਮਾਰੀ ਦੇ ਵਿੱਚ ਆਮ ਕਿਹੜੀ ਆਂਦੀ ਹੈ ਤੇ ਉਹਦਾ ਕੀ ਹੱਲ ਕਰਦੇ? ਐਂਡੀ ਆਂਦੀ ਹੈ ਜੀ। ਐਂਡੀ ਦਾ ਆਹੀ ਹੈ ਕਿ ਤੁਸੀਂ ਇਹਨੂੰ ਐਂਡੀ ਲਸੋਟਾ ਲਗਾਤਾਰ ਕਰਦੇ ਰਹੋ। ਨਵੇਂ ਲੋਕਾਂ ਨੂੰ ਆਪਣੇ ਫਾਰਮ 'ਚ ਘੱਟ ਤੋਂ ਘੱਟ ਲੈ ਕੇ ਆਓ, ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਦੇ ਫਾਰਮ ਨੇ ਨਾ ਉਹਨਾਂ ਤੋਂ ਅਵਾਇਡ ਕਰੋ ਕਿ ਤੁਹਾਡੇ ਨਾ ਆਉਣ। ਸਹੀ। ਜੇ ਤੁਸੀਂ ਆਪਣੇ ਚੂਨੇ ਵਗੈਰਾ ਦਾ ਛਿੜਕਾਓ ਕਰਕੇ ਰੱਖੋ, ਅਗਰ ਨਵੇਂ ਲੋਕ ਆਉਂਦੇ ਆ ਤੁਹਾਨੂੰ ਥੋੜੇ ਜਿਹੇ ਫਾਸਲੇ ਰੱਖੋ ਤਾਂ ਕਿ ਉਹ ਆਪਣੇ ਨਾਲ ਵਾਇਰਸ ਨਾ ਲੈ ਕੇ ਆਉਣ। ਆਮ ਇਹਦਾ ਵਾਇਰਸ ਤੋਂ ਬਚਣ ਵਾਸਤੇ ਕਿਹੜੀ ਸਪਰੇਅ ਜਾਂ ਕਿਹੜੀ ਚੀਜ਼ ਇਸਤੇਮਾਲ ਕਰਦੇ ਹੋ ਖੁੱਡਿਆਂ ਵਾਸਤੇ? ਸਪਰੇਅ ਮਾਰਕੀਟ 'ਚ ਕਈ ਦੱਸ ਜਾਵੇ, ਮਗਰ ਆਮ ਤੌਰ ਤੇ ਤਾਂ ਆਹੀ ਕੀਤਾ ਜਾਂਦਾ ਕਿ ਖੁੱਡਿਆਂ ਦੇ ਬਾਹਰ ਜਦੋਂ ਦਾ ਮੌਸਮ ਆਉਂਦਾ ਨਾ, ਜਦੋਂ ਮੌਸਮ ਚੇਂਜ ਹੁੰਦਾ ਨਾ, ਉਦੋਂ ਬਿਮਾਰੀਆਂ ਆਉਂਦੀਆਂ ਨੇ। ਉਦੋਂ ਅਸੀਂ ਚੂਨੇ ਵਗੈਰਾ ਦਾ ਇਸਤੇਮਾਲ ਕਰੀਦਾ ਵਾ ਰਸਤਿਆਂ 'ਚ, ਤਾਂ ਕਿ ਪੈਰਾਂ ਨਾਲ ਆਉਣ ਵਾਲਾ ਜਿਹੜਾ ਜਰਾਸੀਮ ਹੈ ਨਾ ਉੱਥੇ ਹੀ ਰੁਕ ਜਾਏ, ਅੱਗੇ ਤੱਕ ਨਾ ਜਾਏ। ਕੇਜ ਦੇ ਵਿੱਚ ਕਿਹੜੀ ਚੀਜ਼ ਅੱਛੀ ਰਹਿੰਦੀ, ਇਹਨਾਂ ਦੇ ਪੈਰ ਵੀ ਨਰਮ ਰਹਿਣ ਤੇ ਦੇਖੋ ਜੀ, ਕੇਜ ਵਾਸਤੇ ਇੱਕ ਚੀਜ਼ ਮਸਟ ਹੈ, ਅਸੀਂ ਤਾਂ ਪਾਉਂਦੇ ਹਾਂ ਰੇਤ। ਜਿਹੜਾ ਪਰ ਵਾਲਾ ਜਾਨਵਰ ਹੈ ਨਾ ਉਹਦਾ ਪੈਰ ਗਿੱਲਾ ਨਹੀਂ ਹੋਣਾ ਚਾਹੀਦਾ। ਅੱਛਾ। ਬਸ ਅਗਰ ਉਹਦਾ ਪੈਰ ਗਿੱਲਾ ਨਹੀਂ ਹੋਏਗਾ ਤਾਂ ਬਿਮਾਰ ਨਹੀਂ ਹੋਏਗਾ, ਅਗਰ ਉਹਦਾ ਪੈਰ ਗਿੱਲਾ ਹੋ ਗਿਆ ਤਾਂ ਬਿਮਾਰ ਹੋ ਗਿਆ। ਸਹੀ। ਨਮੀ ਨਹੀਂ ਹੋਣੀ ਚਾਹੀਦੀ। ਨਮੀ ਨਹੀਂ ਹੋਣੀ ਚਾਹੀਦੀ, ਕਿਸੇ ਤਰ੍ਹਾਂ ਦੀ ਕੋਈ ਨਮੀ ਨਹੀਂ ਹੋਣੀ ਚਾਹੀਦੀ। ਬਹੁਤ ਸਾਰੇ ਦੋਸਤ ਚਾਵਲਾਂ ਦਾ ਉਹ ਪਾਉਂਦੇ ਨੇ ਤੋ, ਮਗਰ ਅਸੀਂ ਨਹੀਂ ਪਾਉਂਦੇ। ਅਸੀਂ ਮੋਟੀ ਅੱਛੀ ਕੁਆਲਿਟੀ ਵਾਲੀ ਰੇਤ ਲਿਆ ਕੇ ਪਾਉਂਦੇ ਹਾਂ। ਰੇਤ ਵਿੱਚ ਇਹਨਾਂ ਦੀ ਮਿੱਠਾ ਨਾਲ ਦੇ ਨਾਲ ਮਿਕਸ ਹੁੰਦੀ ਰਹਿੰਦੀ ਹੈ, ਜਗ੍ਹਾ ਖੁਸ਼ਕੀ ਰਹਿੰਦੀ ਹੈ ਤੋ ਨਮੀ ਲੈ ਜਾਂਦਾ ਤੇ ਆ ਵੀ ਗਿੱਲਾ ਹੋ ਜਾਂਦਾ ਤੋ ਵਾਇਰਸ ਪੈਦਾ ਕਰਦਾ। ਖੁਰਾਕ ਮੀਆਂ ਸਾਹਿਬ ਕੋਈ ਮਿਣ ਕੇ ਪਾਉਂਦੇ ਹੋ ਕਿ ਅੰਦਾਜ਼ਨ? ਅੰਦਾਜ਼ਨ ਪਾਉਂਦੇ ਹੋ। ਰੋਜ਼ ਦਾ ਇੱਕ ਬਰਤਨ ਰੱਖਿਆ, ਪਤਾ ਵਾ ਕਿ ਇੰਨੀ ਕਿਲੋ ਨੂੰ ਪਾਣੀ ਆ, ਉਨੀ ਕੀ ਪਾਉਂਦੇ ਆ। ਤੇ ਸ਼ਾਮ ਨੂੰ ਜਦੋਂ ਦੁਬਾਰਾ ਜਾਂ ਨੈਕਸਟ ਡੇ ਚੈੱਕ ਕਰੀਏ ਤਾਂ ਉਹ ਵੀ ਪਤਾ ਲੱਗ ਜਾਂਦਾ ਕਿ ਅੱਜ ਇਹਨਾਂ ਖੁਰਾਕ ਘੱਟ ਖਾਧੀ ਆ ਤੇ ਕਿਉਂ ਖਾਧੀ ਆ, ਫਿਰ ਉਹਦਾ ਵੀ ਇਲਾਜ ਕਰ ਲੈਦਾ। ਕਿੰਨੀ ਦਫਾ ਪਾਣੀ ਚਾਹੀਦੀ ਹੈ ਇੱਕ ਦਿਨ 'ਚ? ਇੱਕ ਦਿਨ 'ਚ ਸਵੇਰ ਫਸਟ ਟਾਈਮ ਫੀਡ ਪਾਉਂਦੇ ਆ, ਮਗਰ ਸ਼ਾਮ ਨੂੰ ਦੁਬਾਰਾ ਫਿਰ ਉਹ ਰੀਚੈਕ ਕਰਦੇ ਆ। ਅਗਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਫਿਰ ਉਹਨੂੰ ਪਾ ਦਿੰਦੇ। ਸਹੀ। ਮਗਰ ਅਰਲੀ ਮਾਰਨਿੰਗ ਇੱਕ ਦਫਾ ਪੂਰੀ ਆਮ ਵਿਟਾਮਿਨ ਪਾਣੀ ਦੇ ਵਿੱਚ ਜਾਂ ਆਮ ਮੈਡੀਸਨ ਜਿਹੜਾ ਵਿਟਾਸੋਲ ਪਾਉਂਦੇ ਜੀ ਅਸੀਂ ਇਹਨਾਂ ਨੂੰ। ਉਹ ਮੀਡੀਅਮ ਜਿਹਾ ਵਿਟਾਮਿਨ ਆ, ਨਾ ਬਹੁਤ ਕਾਸਟਲੀ ਹੈ ਨਾ ਬਹੁਤ ਸਸਤਾ ਵਾ, ਔਰ ਅੱਛਾ ਵਾ। ਅੱਛਾ। ਅਸੀਂ ਤਾਂ ਵਿਟਾਸੋਲ ਇਸਤੇਮਾਲ ਕਰਦੇ ਮਗਰ ਬਹੁਤ ਮਹਿੰਗੇ ਵਿਟਾਮਿਨ ਮਾਰਕੀਟ 'ਚ ਦਸਤਿਆਬ ਆ, ਮਗਰ ਨਹੀਂ ਅਸੀਂ ਵਿਟਾਸੋਲ ਪਾਉਂਦੇ। ਕੀ ਸੋਚਦੇ ਹੋ ਮੁਰਗੀ ਦਾ ਕਾਰੋਬਾਰ ਪਾਕਿਸਤਾਨ ਦੇ ਅੰਦਰ ਕਿਸੇ ਰੂਪ? ਬਹੁਤ ਅੱਛਾ ਵਾ ਜੀ। ਅਗਰ ਮੁਰਗੀ ਤੁਹਾਡੀ ਬਿਮਾਰ ਨਾ ਹੋਵੇ, ਇਹਨੂੰ ਕੋਈ ਵਾਇਰਸ ਨਾ ਆਵੇ, ਤੰਦਰੁਸਤ ਰਹੇ ਤੇ ਇਹਦੇ ਵਰਗਾ ਦੁਨੀਆ 'ਚ ਧੰਦਾ ਹੀ ਕੋਈ ਨਹੀਂ। ਸਹੀ। ਕਿਉਂਕਿ ਮੁਰਗੀ ਰੋਜ਼ ਆਂਡਾ ਦਿੰਦੀ ਆ। ਜਾਂ ਤੁਹਾਡਾ ਆਂਡਾ ਸੇਲ ਹੋ ਜਾਏਗਾ, ਆਂਡਾ ਨਹੀਂ ਸੇਲ ਹੋਗਾ ਤੁਸੀਂ ਬੱਚਾ ਕਢਾ ਲਓਗੇ, ਬੱਚਾ ਸੇਲ ਹੋ ਜਾਏਗਾ। ਜਿਉਂ ਬੱਚਾ ਵੱਡਾ ਹੁੰਦਾ ਜਾਏਗਾ ਤੂੰ ਉਹਦੇ ਪੈਸੇ ਵੱਧਦੇ ਜਾਂਦੇ, ਉਹ ਘਟਦੇ ਨਹੀਂ। ਬੈਂਟਮ ਜਿਹੜੀਆਂ ਤੁਸੀਂ ਬਰੀਡਾਂ ਦਿਖਾਈਆਂ ਇਹਨਾਂ ਦੀ ਕੀ ਰੂਟੀਨ ਆ? ਡੇਲੀ ਅੱਡਾ ਆਂਦਾ ਵਾ ਕਿ 2 ਕਾਂਡਿਆਂ ਤੋਂ ਬਾਅਦ ਇੱਕ ਨਾਗਾ ਅੱਛਾ। ਆਮ ਤੌਰ ਤੇ ਜਾਨਵਰ ਕਰਦੇ ਆ, ਮਗਰ ਬਾਅਦ ਕੋ 3 ਆਂਡੇ ਵੀ ਦੇ ਦਿੰਦੇ ਆ। ਮਗਰ ਆਮ ਜਿਹੜੀ ਹੈ ਨਾ ਦਰਮਿਆਨੀ ਤੁਹਾਡੀ ਖਿਦਮਤ ਦੇ ਉੱਪਰ ਆ 2 ਆਂਡਿਆਂ ਤੇ ਇੱਕ ਨਾਗਾ ਕਰਦੇ। ਖੁਰਾਕ ਦੇ ਨਾਲ ਇੱਕ ਚੀਜ਼ ਮੈਂ ਦੇਖੀ ਹੈ ਜੀ, ਬਾਅਦ ਕਾ ਤਾਂ ਵੀ ਹੁੰਦਾ ਕਿ ਤੁਸੀਂ ਬਹੁਤ ਅੱਛੀ ਫੀਡ ਪਾ ਰਹੇ, ਬਹੁਤ ਅੱਛੇ ਵਿਟਾਮਿਨ ਪਾਉਂਦੇ, ਅਸੀਂ 2 ਆਂਡੇ ਵੀ ਇੱਕ ਦਿਨ 'ਚ ਲੈ ਕੇ ਦੇਖੇ। ਸਹੀ। ਸਾਡੇ ਕੋਲ ਬਹੁਤ ਸਾਰੇ ਪਰਿੰਦੇ ਨੇ ਜਿਹੜੇ 2 ਆਂਡੇ ਵੀ ਦਿੰਦੇ। ਮੈਂ ਉਹ ਹੀ ਪੁੱਛਣ ਲੱਗਾ ਸੀ ਕਿ ਦੇਸੀ ਖੁਰਾਕ ਦੇ ਨਾਲ ਕੋਈ ਦੇਸੀ ਕਿਹੜਾ ਨੁਕਸਾ ਇਸਤੇਮਾਲ ਕਰਦੇ? ਖੁਰਾਕ ਦੇ ਨਾਲ ਦੇਖੋ ਜੀ, ਮੇਰੇ ਕੋਲ ਪਹਿਲੇ ਮੋਰ ਸਨ,
ਇੱਕ ਜ਼ਮਾਨੇ 'ਚ ਮੈਂ ਮੂਰਾਂ ਦਾ ਫਾਰਮ ਪਾਇਆ ਸੀਗਾ, ਬਲੈਕ ਸ਼ੋਲਡਰ ਦਾ ਵਰਲਡ ਰਿਕਾਰਡ ਹੈ 60 ਆਂਡਿਆਂ ਦਾ ਜੀ ਇੱਕ ਸੀਜ਼ਨ ਦਾ। ਵੈਰੀ ਗੁੱਡ। ਮੇਰੇ ਫਾਰਮ ਦੇ ਵਿੱਚ ਬਲੈਕ ਸ਼ੋਲਡਰ ਨੇ 58 ਆਂਡੇ ਦਿੱਤੇ। ਅਗਰ ਮੇਰੇ ਵਰਗੇ ਬੰਦੇ ਦੇ ਫਾਰਮ 'ਚ ਬਲੈਕ ਸ਼ੋਲਡਰ ਨੇ 58 ਆਂਡੇ ਦਿੱਤੇ ਆ, ਇਟ ਮੀਨ ਕਿ ਮੇਰਾ ਵਰਲਡ ਰਿਕਾਰਡ ਆ। ਮੇਰੇ ਕੋਲ ਮਹਦੂਦ ਵਸਾਇਲ ਆ, ਉਨੀਆਂ ਸਹੂਲਤਾਂ ਦਸਤਿਆਬ ਨਹੀਂ ਜਿੰਨੀਆਂ ਗੋਰਿਆਂ ਦੇ ਫਾਰਮ 'ਚ ਨੇ। ਨਾ ਅਸੀਂ ਉਹਨੇ ਵਿਟਾਮਿਨ ਪਾਉਂਦੇ, ਮਗਰ ਜ਼ਰੂਰ ਸੂਰਤ ਹਾਲਾਤ ਸੀਗੀ ਕਿ ਮੈਂ ਸਵੇਰ ਉਹਨਾਂ ਨੂੰ ਫੀਡ ਪਾਉਂਦਾ ਸੀ, ਦੁਪਹਿਰ ਨੂੰ ਡੇਲੀ ਉਹਨਾਂ ਨੂੰ ਸਬਜ਼ ਫੀਡ ਪਾਉਂਦਾ ਸੀ, ਸ਼ਾਮ ਨੂੰ ਉਹਨਾਂ ਨੂੰ ਮੈਂ ਘਿਓ ਵਾਲਾ, ਅਲਸੀ ਵਾਲਾ ਤੇ ਤਿਲਾਂ ਵਾਲਾ ਆਟਾ ਪਾਉਂਦਾ ਸੀ। ਤੇ ਮੇਰੇ ਕੋਲ 58 ਆਂਡਿਆਂ ਦੀ ਐਵਰੇਜ, ਔਰ 58 ਆਂਡੇ ਵਰਲਡ ਰਿਕਾਰਡ ਤੋਂ ਜ਼ਿਆਦਾ ਨੇ। ਕਿਉਂਕਿ ਸਾਡਾ ਉਹ ਸਲੋ ਵਾਲਾ ਕੰਮ ਹੈ ਕਿ ਅਸੀਂ ਉਨੀ ਧੁੱਪ ਨਹੀਂ ਦਿੰਦੇ। ਉਹਨਾਂ ਦੇ ਫਾਰਮਾਂ 'ਚ ਜਾਨਵਰ ਖੁੱਲਾ ਫਿਰਦਾ, ਸਾਡੇ ਕੋਲ ਜਗ੍ਹਾ ਤੰਗ ਹੈ, ਮਗਰ 58 ਆਂਡੇ ਬਹੁਤ ਆਂਡੇ ਨੇ। ਤੇ ਤੁਸੀਂ ਵੀ ਇਹਨਾਂ ਨੂੰ ਸਬਜ਼ਾ ਪਾਓ, ਮਗਰ ਸਬਜ਼ੇ 'ਚ ਆਹ ਚੀਜ਼ ਦਾ ਖਿਆਲ ਕਰੋ ਕਿ ਤੁਸੀਂ ਸਬਜ਼ਾ ਕਿਹੜਾ ਪਾਉਂਦੇ ਹੋ। ਅਗਰ ਤੁਸੀਂ ਮੁਸਤਕਿਲ ਪਾਲਕ ਪਾਈ ਜਾਓਗੇ ਤਾਂ ਪੇਚ 'ਚ ਲੱਗ ਜਾਣਗੇ। ਡੇਲੀ ਪਾਓ ਉਹ ਨਹੀਂ ਪਾਓ, ਕਦੀ ਕਦੀ ਜ਼ਰੂਰ ਪਾਓ। ਇਹਨਾਂ ਨੂੰ ਤੁਸੀਂ ਲੂਸਨ ਪਾਓ, ਧਨੀਆ ਪਾਓ। ਗਰਮੀਆਂ ਨੂੰ ਤੁਸੀਂ ਇਹਨਾਂ ਨੂੰ ਕੱਦੂਕਸ਼ ਕਰਕੇ ਪਾਓ, ਮਿਕਸ ਚੀਜ਼ਾਂ ਪਾਓ। ਹਾਂ, ਔਰ ਖਾਸ ਤੌਰ 'ਤੇ ਅਗਰ ਗਰਮੀਆਂ ਨੂੰ ਤੁਸੀਂ ਅਫੋਰਡ ਕਰਦੇ ਹੋ, ਉਹਨਾਂ ਨੂੰ ਤਰਬੂਜ਼ ਪਾਓ। ਅੱਛਾ, ਤੁਸੀਂ ਤਰਬੂਜ਼ ਪਾਓਗੇ, ਤੁਹਾਡੇ ਜਾਨਵਰ ਦੇ ਪੇਟ ਦੇ ਵਿੱਚ ਜਿਹੜੇ ਜਰਾਸੀਮ ਹੋਣਗੇ ਨਾ, ਕੀੜੇ ਮਕੌੜੇ, ਉਹ ਵੀ ਮਰ ਜਾਣਗੇ, ਔਰ ਜਾਨਵਰ ਬਹੁਤ ਫਰੈਸ਼, ਉਹਦੀ ਗਰੋਥ ਬਹੁਤ ਸੋਹਣੀ ਹੋ ਜਾਏਗੀ। ਜ਼ਬਰਦਸਤ। ਕੀ ਪੈਗਾਮ ਦੇਣਾ ਚਾਹੋਗੇ? ਮੈਂ ਤਾਂ ਦੋਸਤਾਂ ਨੂੰ ਆਹੀ ਕਹਾਂਗਾ ਕਿ ਬਹੁਤ ਸਾਰੇ ਸਾਡੇ ਦੋਸਤ ਤੁਰ ਪੈਂਦੇ ਨੇ ਜੀ, ਘਰ ਵੇਚਿਆ ਜੀ, ਉਹ ਚੀਜ਼ ਵੇਚੀ, ਮੈਂ ਬਾਹਰ ਚੱਲਾਂ, ਉਹ 'ਚ ਬੜੇ ਹੀ ਥੋੜੇ ਪੈਸੇ ਨੇ। ਅਗਰ ਆਪਣੀ ਛੱਤ 'ਤੇ ਉਹ ਕੰਮ ਕਰਨ ਤਾਂ ਉਸ ਤੋਂ ਕਿਤੇ ਬਹੁਤੇ ਪੈਸੇ ਕਮਾ ਲਓ। ਵਾਹ ਜੀ ਵਾਹ। ਮੈਂ ਪਿਛਲੇ ਮਹੀਨੇ ਦੀ ਮੇਰੀ ਸਿਰਫ ਨਾ ਜੀ, ਮੈਂ ਥੋੜੇ ਜਿਹੇ ਬੱਚੇ ਰੱਖੇ ਸੀ, ਉਹਦੇ ਤੁਸੀਂ ਪਹਿਲੇ ਦੇਖੇ ਨੇ, ਆਪਣੇ ਗਾਂ ਫਰਦਰ ਨਵੇਂ ਪੇਅਰ ਬਣਾਉਣ ਵਾਸਤੇ। ਤਾਂ ਉਹਦੀ ਟੋਟਲ ਫੋਟੋ ਮੇਰੇ ਖਿਆਲ ਮੈਂ 2 ਲੱਖ ਦੀ ਵੇਚੀ ਆ। ਵਾਹ ਜੀ ਵਾਹ। ਔਰ ਸਿਰਫ ਆਂਡਾ ਹੀ ਵੇਚੋ ਨਾ ਇੰਨੀ ਕੁ ਮੁਰਗੀ ਦਾ, ਤੇ ਸ਼ਾਮ ਨੂੰ 3-4 ਹਜ਼ਾਰ ਦਾ ਮਾਮੂਲੀ ਗੱਲ ਉਹ ਵਿਕ ਜਾਂਦਾ ਵਾ। ਇਹਦਾ ਖਰਚਾ 500-600 ਰੁਪਏ ਵਾ। ਵਾਹ ਜੀ ਵਾਹ। ਤੇ ਕਿੰਨੇ ਬੰਦੇ ਜਾਂ ਦਰਕਾਰ ਹੁੰਦੇ ਨੇ? ਕੋਈ ਬੰਦਾ ਦਰਕਾਰ ਨਹੀਂ ਜੀ। ਤੁਸੀਂ ਮੈਂ ਸੁਬਾਹ ਮੈਂ ਜ਼ਾਤੀ ਤੌਰ ਤੇ ਜਸਟ ਲਾਈਕ ਜਿਸ ਟਾਈਮ ਤੇ ਲੋਕ ਆਉਂਦੇ ਨੇ ਸੈਰ ਕਰਨ, ਮੈਂ ਘਰੋਂ ਇੱਥੇ ਆਉਣਾ ਵਾ, 1.5 ਘੰਟਾ ਮੈਨੂੰ ਲੱਗਦਾ। 1.5 ਘੰਟੇ 'ਚ ਮੈਂ ਆਪਣੀ ਐਕਸਰਸਾਈਜ਼ ਕਰਦਾ। ਮੈਂ ਸਮਝਦਾ ਮੈਂ ਐਕਸਰਸਾਈਜ਼ ਕੀਤੀ, ਉਹਨੀ ਦੇਰ 'ਚ ਉਹਨਾਂ ਨੂੰ ਮੈਂ ਦਾਣਾ ਪਾਣੀ ਪਾਉਣਾ, ਪਸੀਨਾ ਸੁਕਾਉਣਾ, ਨਹਾਉਣਾ, ਤੇ ਮੈਂ ਆਪਣੇ ਘਰ ਚਲੇ ਜਾਣਾ ਬਸ। ਦੁਬਾਰਾ ਮੈਂ ਸ਼ਾਮ ਨੂੰ ਆਉਣਾ, ਅਗਰ ਕਿਸੇ ਨੂੰ ਜ਼ਰੂਰਤ ਹੋਵੇ ਉਹਦੀ ਚੀਜ਼ ਪੂਰੀ ਕਰੀ ਦੀ। ਆਂਡੇ ਚੁੱਕੀ ਦੇ ਆ, ਦੋਸਤ ਦੇ ਬਾਪ ਆ ਜਾਂਦੇ, ਅਗਰ ਕਿਸੇ ਨੂੰ ਜ਼ਰੂਰਤ ਹੋ ਲੈ ਗਿਆ, ਜਿਹੜੇ ਬਚ ਜਾਣ 2-3 ਦਿਨ ਦੇ ਆਂਡੇ स्टोर करके ਅਸੀਂ मशीन चला देंगे। वेरी गुड जी दोस्तों, माशाल्लाह इनके पास फैंसी कबूतरों का सेटअप है, वो भी आपको दिखाते हैं, हैचरी भी इनकी दिखाएंगे। मिलते हैं नेक्स्ट वीडियो में, तब तक के लिए इजाज़त दीजिए। मियाँ साहब का नंबर हम इंशाल्लाह छोड़ देंगे। 0300 जी 0376 20 533 ये नंबर भी ऐसे नंबर पे व्हाट्सअप है जी, 0376 20 533। ये नंबर भी इन्होंने बता दिया, डिस्क्रिप्शन में भी छोड़ देंगे। इनसे रब्ता करें, किसी चीज़ की रहनुमाई चाहिए आप इनसे रहनुमाई ले सकते हैं। वीडियो करते हैं, अल्लाह ने के बाद।